ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਹਾਣੀਆਂ 'ਤੇ। ਜਿੰਦਰ ਨੂੰ ਸ਼ਰਾਬ ਨਾਲ ਰੱਜਿਆ ਦੇਖ ਉਸਦੇ ਹੰਝੂ ਵਗ ਪਏ ਤੇ ਰਾਜਕੁਮਾਰ ਦਾ ਤੇ ਵਿਆਹ ਦਾ ਚਾਅ ਦਿਲੋਂ ਲੈ ਗਿਆ। ਜਦੋਂ ਜਿੰਦਰ ਆਪਣੇ ਕਮਰੇ ਵਿੱਚ ਆਇਆ ਤਾਂ ਉਸ ਤੋਂ ਤੁਰਿਆ ਵੀ ਨਾ ਜਾ ਰਿਹਾ ਸੀ, ਪਰ ਜੀਤੀ ਨੇ ਤਾਂ ਆਪਣੇ ਬਾਪੂ ਦੇ ਕਹੇ ਉਸਨੂੰ ਹੀ ਹੁਣ ਆਪਣੇ ਸਿਰ ਦਾ ਸਾਈਂ ਮੰਨ ਲਿਆ। ਹੁਣ ਅੱਗੇ ਜੀਤੀ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਸੀ। ਉਸਦੇ ਮਾਪੇ ਤੇ ਉਹ ਆਪਣੇ ਮਾਪਿਆਂ ਦੇ ਸਾਹੀ ਸਾਹ ਭਰਦੀ ਤੇ ਹਰ ਉਸਦੀ ਜਿੰਦ ਦਾ ਬੋਲ ਉਸਦੇ ਬੋਲਣ ਤੋਂ ਪਹਿਲਾਂ ਹੀ ਪੁਗਾ ਦਿੰਦੇ ਸਨ। ਜੀਤੀ ਹੈ ਵੀ ਅਮੀਰ ਘਰੋਂ ਸੀ। ਜੀਤੀ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਹੁਸ਼ਿਆਰ ਸੀ, ਪਰ ਉਸਨੂੰ ਸੱਜ ਸਵਰਨ ਦਾ ਤੇ ਵਿਆਹ ਦਾ ਬਹੁਤ ਸ਼ੌਂਕ ਸੀ। ਬਚਪਨ ਵਿੱਚ ਹੀ ਸੱਜ ਸਵਾਰ ਕਦੇ ਗੁੱਡੀ ਤੇ ਵਿਆਹ ਰਚਾਉਂਦੀ ਤੇ ਕਦੇ ਖੇਡਦੀ। ਆਪ ਸੱਜ ਸਵਾਰ ਦੁਲਹਨ ਬਣਦੀ। ਉਸਦੇ ਖਾਬ ਵਿੱਚ ਹੀ ਉਸਨੂੰ ਬਸ ਵਿਆਹ ਦੇ ਹੀ ਸੁਪਨੇ ਤੇ ਕੋੜੀ ਚੜਿਆ ਰਾਜਕੁਮਾਰ ਉਸਨੂੰ ਵਿਆਹੁਣ ਆਇਆ ਦਿਖਦਾ। ਬਚਪਨ ਤੋਂ ਜਵਾਨੀ ਵਿੱਚ ਆ ਗਈ ਉਹ ਦਿਨੋਂ ਦਿਨ ਹੋਰ ਵੀ ਸੋਹਣੀ ਹੁੰਦੀ ਗਈ। ਫਿਰ ਸਕੂਲ ਤੋਂ ਬਾਅਦ ਉਸਨੂੰ ਕਾਲਜੀ ਲਗਾ ਦਿੱਤਾ ਗਿਆ। ਕਾਲਜ ਦਾ ਮੁੰਡਾ ਉਸਦੀ ਖੂਬਸੂਰਤੀ ਦੇਖ ਉਸਦਾ ਦੀਵਾਨਾ ਹੋ ਜਾਂਦਾ। ਜੀਤੀ ਦੇ ਲੰਬੇ ਵਾਲ, ਉਸਦੀ ਲੰਬੀ ਗੁੱਤ, ਅੱਖਾਂ ਵਿੱਚ ਪਈਆਂ ਕਾਜਲ, ਕੰਨਾਂ ਵਿੱਚ ਪਾਏ ਝੁਮਕੇ, ਗਲ ਵਿੱਚ ਪਈ ਚਾਂਦੀ ਦੀ ਚੈਨ ਤੇ ਪੰਜਾਬੀ ਸੂਟ, ਉੱਤੋਂ 7 ਮੀਟਰ ਦੁਪੱਟਾ, ਜਾਨੋ ਜਿਵੇਂ ਅਸਮਾਨ ਤੋਂ ਉੱਤਰ ਹੁਣ ਆਈ ਹੋਵੇ। ਉਹ ਆਪਣੇ ਕਾਲਜ ਦੇ ਹਰ ਫੰਕਸ਼ਨ ਵਿੱਚ ਹਿੱਸਾ ਲੈਂਦੀ ਤੇ ਪਹਿਲੇ ਸਾਲ ਹੀ ਉਸਨੂੰ ਕਾਲਜ ਵਿੱਚ ਮਿਸ ਪੰਜਾਬਣ ਦਾ ਤਾਜ ਜਿੱਤ ਲਿਆ ਸੀ। ਹਰ ਗੱਭਰੂ ਦੀ ਉਸ 'ਤੇ ਅੱਖ ਰਹਿੰਦੀ ਸੀ, ਪਰ ਉਹ ਹੁਸਨ ਦੇ ਨਾਲ ਨਾਲ ਸੰਸਕਾਰਾਂ ਦੀ ਵੀ ਭਰੀ ਸੀ। ਕਾਲਜ ਦੇ ਆਖਰੀ ਸਾਲ ਵਿੱਚ ਉਹ ਵੀ ਇਹ ਪ੍ਰੇਮ ਤੋਂ ਬਚ ਨਾ ਸਕੀ ਤੇ ਜੱਸੇ, ਜੋ ਕਿ ਇੱਕ ਗਰੀਬ ਜਿਹੇ ਪਰਿਵਾਰ ਦਾ ਸਿੱਧਾ ਸਾਦਾ ਲੜਕਾ ਸੀ, ਦਿਲ ਦੇ ਬੈਠੀ। ਉਧਰ ਜੀਤੀ ਦਾ ਕਾਲਜ ਪੂਰਾ ਹੋਣ 'ਤੇ ਸੀ ਕਿ ਜੀਤੀ ਦੇ ਘਰ ਰਿਸ਼ਤੇ ਆਉਣ ਲੱਗ ਪਏ। ਉਸ ਵਾਸਤੇ ਉਸਦੇ ਬਾਪੂ ਜੀ ਨੇ ਇੱਕ ਰਿਸ਼ਤੇ ਲਈ ਹਾਂ ਕਰ ਦਿੱਤੀ, ਜੋ ਅਮੀਰ ਘਰੋਂ ਸੀ ਤੇ ਕਿਸੇ ਸਰਕਾਰੀ ਦਫ਼ਤਰ ਅਫਸਰ ਲੱਗਿਆ ਹੋਇਆ ਸੀ। ਜੀਤੀ ਦੇ ਬਾਪੂ ਜੀ ਨੇ ਉਸਨੂੰ ਬਿਨਾਂ ਪੁੱਛੇ ਹੀ ਹਾਂ ਕਰ ਦਿੱਤੀ ਕਿ ਜੀਤੀ ਨੂੰ ਵੀ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਘਰ ਆਈ ਜਦ ਜੀਤੀ ਨੂੰ ਪਤਾ ਲੱਗਿਆ ਤਾਂ ਉਸਨੇ ਬਾਪੂ ਜੀ ਨਾਲ ਜੱਸੇ ਬਾਰੇ ਗੱਲ ਕੀਤੀ। ਉਸਦੇ ਬਾਪੂ ਜੀ ਉਸ ਤੋਂ ਜੱਸੇ ਬਾਰੇ ਤੇ ਪਰਿਵਾਰ ਬਾਰੇ ਪੁੱਛਿਆ। ਇਹ ਜਾਣ ਕੇ ਉਹ ਇੱਕ ਗਰੀਬ ਘਰ ਤੋਂ ਹੈ, ਅਜੇ ਸਿਰ ਪੜ੍ਹਦਾ ਹੈ, ਕੋਈ ਨੌਕਰੀ ਨਹੀਂ। ਜੀਤੀ ਨੇ ਕਾਫੀ ਕਿਹਾ, ਪਰ ਉਸਦੇ ਬਾਪੂ ਜੀ ਕਿਹਾ ਕਿ ਉਸ ਤੋਂ ਉਹਨਾਂ ਜ਼ਿੰਦਗੀ ਵਿੱਚ ਕਦੇ ਕੁਝ ਨਹੀਂ ਮੰਗਿਆ। ਜੋ ਉਸਨੇ ਕਿਹਾ ਉਸਦੀ ਹਰ ਜਿੱਦ ਪੂਰੀ ਕੀਤੀ, ਪਰ ਹੁਣ ਉਹ ਉਹਨਾਂ ਦੇ ਦਿੱਤੇ ਇਸ ਰਿਸ਼ਤੇ ਲਈ ਹਾਂ ਕਰ ਉਹਨਾਂ ਦੀ ਇੱਜ਼ਤ ਰੱਖ ਲਵੇ। ਉਸਨੇ ਆਪਣੇ ਬਾਪੂ ਜੀ ਨੂੰ ਬਹੁਤ ਕਿਹਾ, ਪਰ ਅਖੀਰ ਉਸਦੇ ਬਾਪੂ ਜੀ ਨੇ ਉਸਨੂੰ ਕਿਹਾ। ਉਹਨਾਂ ਨੇ ਉਸਨੂੰ ਰਾਜਕੁਮਾਰੀ ਵਾਂਗ ਰੱਖਿਆ, ਚੰਗਾ ਖਾਣਾ ਨੂੰ ਤੇ ਪਹਿਨਣ ਨੂੰ ਦਿੱਤਾ, ਤੇ ਫਿਰ ਹੁਣ ਉਹ ਆਪਣੇ ਹੱਥੀਂ ਕਿਵੇਂ ਇੱਕ ਗਰੀਬ ਘਰ ਉਸਨੂੰ ਤੋੜ ਦੇਣ। ਅਗਰ ਉਹ ਕੋਈ ਚੰਗੀ ਨੌਕਰੀ ਕਰਦਾ, ਉੱਚੇ ਘਰ ਦਾ ਹੁੰਦਾ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਅਗਰ ਫਿਰ ਵੀ ਉਹ ਜਾਣਾ ਹੀ ਚਾਹੁੰਦੀ ਹੈ ਤਾਂ ਉਸਦੇ ਬਾਪੂ ਜੀ ਨੇ ਆਪਣੇ ਸਿਰ ਤੋਂ ਲਾਹ ਪੱਗ ਉਸਦੇ ਪੈਰੀ ਧਰ ਦਿੱਤੀ ਤੇ ਕਿਹਾ, ਜੇ ਜਾਣਾ ਹੈ ਫਿਰ ਵੀ ਤੂੰ ਆਪਣੇ ਬਾਪੂ ਦੀ ਪੱਗ ਨੂੰ ਠੋਕਰ ਮਾਰ ਤੇ ਉਹਨਾਂ ਦੇ ਪਿਆਰ ਨੂੰ ਠੋਕਰ ਮਾਰ। ਕੁਝ ਦਿਨਾਂ ਤੇ ਕੀਤੇ ਪਿਆਰ ਕੋਲ ਉਹ ਜਾ ਸਕਦੀ ਹੈ। ਤਾਂ ਜੀਤੀ ਇੱਕਦਮ ਉੱਥੇ ਬੈਠ ਚੀਕਾਂ ਮਾਰ ਰੋਣ ਲੱਗ ਗਈ। ਉਸਨੂੰ ਆਪਣੇ ਬਾਪੂ ਦੇ ਪਿਆਰ ਅੱਗੇ ਜੱਸੇ ਨਾਲ ਕੀਤੇ ਪਿਆਰ ਬਹੁਤ ਘੱਟ ਲੱਗਾ। ਉਸਨੇ ਸੋਚਿਆ ਜੱਸਾ ਤਾਂ ਉਸਦੇ ਦਿਲ ਵਿੱਚ ਰਹੇਗਾ ਹੀ, ਪਰ ਉਹ ਆਪਣੇ ਬਾਪੂ ਜੀ ਨੂੰ ਨਹੀਂ ਛੱਡ ਸਕਦੀ। ਪਰ ਉਹ ਆਪਣੇ ਬਾਪੂ ਜੀ ਨੂੰ ਬੋਲ ਜੱਸੇ ਨੂੰ ਆਖਰੀ ਵਾਰ ਮਿਲਣ ਗਈ। ਉਸਦੇ ਬਾਪੂ ਜੀ ਨੂੰ ਵੀ ਉਸ 'ਤੇ ਪੂਰਾ ਵਿਸ਼ਵਾਸ ਸੀ ਤੇ ਜਾਣ ਦਿੱਤਾ। ਉਸਨੇ ਜੱਸੇ ਨੂੰ ਮਿਲ ਕਿਹਾ ਕਿ ਉਸਨੂੰ ਭੁੱਲ ਜਾਵੇ, ਬੇਸ਼ੱਕ ਕਿਤੇ ਹੋਰ ਵਿਆਹ ਕਰਾਵੇ, ਪਰ ਉਸਦੇ ਸੁਪਨਿਆਂ ਦਾ ਰਾਜਕੁਮਾਰ ਤਾਂ ਉਹੀ ਰਹੇਗਾ। ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਤੇ ਆਪਣੇ ਬਾਪੂ ਦੇ ਪਿਆਰ ਦੇ ਪੱਗ ਅੱਗੇ ਉਸਦੇ ਲਈ ਉਸਦਾ ਪਿਆਰ ਹਾਰ ਗਿਆ। ਜੱਸੇ ਨੇ ਵੀ ਉਸਨੂੰ ਦਿਲੋਂ ਪਿਆਰ ਕੀਤਾ ਸੀ ਤੇ ਕਿਹਾ, ਜੇ ਜ਼ਿੰਦਗੀ ਵਿੱਚ ਤੂੰ ਨਹੀਂ ਤਾਂ ਹੋਰ ਕੋਈ ਵੀ ਨਹੀਂ। ਮੈਂ ਜ਼ਿੰਦਗੀ ਦੇ ਹਰ ਮੋੜ 'ਤੇ ਤੇਰਾ ਇੰਤਜ਼ਾਰ ਕਰਾਂਗਾ। ਜੇ ਫਿਰ ਵੀ ਇਸ ਜਨਮ ਨਾ ਹੋਈ ਤਾਂ ਅਗਲੇ ਜਨਮ 'ਤੇ ਹਾਂ। ਇਹ ਵੀ ਨਾ ਸੋਚੀ ਕਿ ਤੇਰੇ ਪਿੱਛੇ ਲੱਗ ਕੇ ਮੈਂ ਹੰਝੂ ਵਹਾਊਂ। ਨਹੀਂ, ਮੈਂ ਹਰ ਮੋੜ 'ਤੇ ਇੰਤਜ਼ਾਰ ਕਰਾਂਗਾ ਤੇ ਜ਼ਿੰਦਗੀ ਵਿੱਚ ਇਸ ਕਾਬਲ ਬਣਾਂਗਾ ਕਿ ਜਦ ਤੂੰ ਮੇਰੇ ਕੋਲ ਆਵੇਂ ਤਾਂ ਮੈਂ ਤੈਨੂੰ ਤੇਰੇ ਬਾਪੂ ਦੇ ਦਿੱਤੇ ਐਸ਼ ਆਰਾਮ ਦੇ ਸਕਾਂ। ਇੰਨਾ ਕਹਿ ਉਹ ਉੱਥੋਂ ਉਸਨੂੰ ਅਲਵਿਦਾ ਕਹਿ ਚਲੀ ਗਈ।
ਫਿਰ ਉਸ ਦਾ ਵਿਆਹ ਉਸਦੇ ਉੱਚੇ ਅਮੀਰ ਪਰਿਵਾਰ ਵਿੱਚ ਹੋ ਗਿਆ। ਉਸਦੇ ਬਾਪੂ ਜੀ ਨੇ ਆਪਣੇ ਹੱਥੀਂ ਉਸਦਾ ਪੱਲਾ, ਪਤੀ ਦਾ ਨਾਂ ਜਿੰਦਰ ਸੀ, ਉਸਦੇ ਹੱਥੀਂ ਫੜਾਇਆ। ਵਿਦਾਈ ਬਾਅਦ ਜੀਤੀ ਆਪਣੇ ਸਹੁਰੇ ਘਰ ਗਈ। ਸਹੁਰੇ ਘਰ ਵਿਆਹ ਵਾਲੇ ਦਿਨ ਤਾਂ ਉਸਨੂੰ ਸਭ ਨੇ ਬੜਾ ਲਾਡ ਲੜਾਇਆ ਅਤੇ ਉਸਦੇ ਬਾਪੂ ਜੀ ਨੇ ਇਹ ਵੀ ਸਹੁਰਿਆਂ ਵੱਲੋਂ ਦਾਜ ਲਈ ਕਹੀ ਇੱਕ ਇੱਕ ਚੀਜ਼ ਦਿੱਤੀ। ਪਹਿਲੀ ਰਾਤ ਹੀ ਜਦੋਂ ਜੀਤੀ ਸੂਹੇ ਚੌੜੇ ਲਹਿੰਗੇ ਵਿੱਚ ਸੱਜੀ ਜਿੰਦਰ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਹ ਬੜੇ ਲੇਟ ਘਰ ਆਇਆ ਅਤੇ ਪੂਰਾ ਸ਼ਰਾਬ ਨਾਲ ਰੱਜ ਰੂਮ ਵਿੱਚ ਆਇਆ। ਜੀਤੀ, ਜਿਸ ਨੂੰ ਸ਼ਰਾਬ ਨਾਮ ਤੋਂ ਹੀ ਨਫ਼ਰਤ ਸੀ, ਜਿੰਦਰ ਨੂੰ ਸ਼ਰਾਬ ਨਾਲ ਰੱਜਾ ਦੇਖ ਉਸਦੇ ਹੰਝੂ ਵਗ ਪਏ ਅਤੇ ਰਾਜਕੁਮਾਰ ਦਾ ਤੇ ਵਿਆਹ ਦਾ ਚਾਅ ਦਿਲੋਂ ਲੈ ਗਿਆ। ਜਿੰਦਰ ਆਪਣੇ ਕਮਰੇ ਵਿੱਚ ਆਇਆ ਤਾਂ ਉਸ ਤੋਂ ਤੁਰਿਆ ਵੀ ਨਾ ਜਾ ਰਿਹਾ ਸੀ, ਪਰ ਜੀਤੀ ਨੇ ਤਾਂ ਆਪਣੇ ਬਾਪੂ ਜੀ ਦੇ ਕਹੇ ਉਸਨੂੰ ਹੀ ਹੁਣ ਆਪਣੇ ਸਿਰ ਦਾ ਸਾਈਂ ਮੰਨ ਲਿਆ। ਆਉਂਦੇ ਹੀ ਜਿੰਦਰ ਬੈੱਡ 'ਤੇ ਘਿਰ ਪਿਆ ਅਤੇ ਜੀਤੀ ਨੇ ਉਸਨੂੰ ਸਹੀ ਕਰ ਬੈੱਡ 'ਤੇ ਲਿਟਾਉਣ ਲਈ ਉਸਨੂੰ ਪਰਾਂ ਕੀਤਾ ਤਾਂ ਜਿੰਦਰ ਇੰਨਾ ਕਰਨ 'ਤੇ ਹੀ ਉਸਨੂੰ ਬੋਲਣ 'ਤੇ ਕੁੱਟਣ ਲੱਗ ਪਿਆ। ਉਸਦੇ ਮੂੰਹ, ਚਪੇੜ ਅਤੇ ਢਿੱਡ ਵਿੱਚ ਲੱਤਾਂ ਮਾਰਨ ਲੱਗ ਪਿਆ। ਕਿਵੇਂ ਨਾ ਕਿਵੇਂ ਕਰਕੇ ਉਸਨੇ ਖੁਦ ਨੂੰ ਬਚਾਇਆ ਅਤੇ ਬਾਥਰੂਮ ਵਿੱਚ ਬੰਦ ਹੋ ਆਪਣੇ ਕਰਮਾਂ ਨੂੰ ਰੋਣ ਲੱਗੀ ਕਿ ਬਾਪੂ ਦੇ ਕਹੇ ਵਿਆਹ ਵੀ ਕਰਵਾ ਲਿਆ, ਪਰ ਕਿਸਮਤ ਤਾਂ ਉਸਨੂੰ ਧੋਖਾ ਦੇ ਦਿੱਤਾ। ਪੂਰੀ ਰਾਤ ਉਸਨੇ ਬਾਥਰੂਮ ਵਿੱਚ ਹੀ ਕੱਢੀ ਅਤੇ ਰੋਂਦੀ ਰਹੀ ਆਪਣੀ ਕਿਸਮਤ ਨੂੰ। ਸਵੇਰ ਹੋਈ ਤਾਂ ਜਦੋਂ ਸੱਸ ਨੇ ਦੇਖਿਆ ਤਾਂ ਜੀਤੀ ਤੋਂ ਪੁੱਛਿਆ ਤਾਂ ਉਸਨੇ ਡਰਦੀ ਡਰਦੀ ਸਭ ਦੱਸਿਆ। ਉਸਨੂੰ ਉਸਦੀ ਸੱਸ ਨੇ ਵੀ ਇਹੀ ਕਿਹਾ ਹੁਣ ਇਹ ਉਹਨਾਂ ਦੇ ਪਤੀ ਪਤਨੀ ਦਾ ਮਾਮਲਾ ਹੈ ਅਤੇ ਉਹ ਹੀ ਹੁਣ ਉਸਨੂੰ ਸ਼ਰਾਬ ਪੀਣ ਤੋਂ ਰੋਕ ਸਕਦੀ। ਉਸਨੇ ਫਿਰ ਠਾਣ ਲਿਆ ਕਿ ਉਹ ਉਸਨੂੰ ਸੁਧਾਰੇਗੀ, ਪਰ ਉਹ ਨਾ ਸੁਧਰਿਆ, ਉਲਟਾ ਹੁਣ ਰੋਜ਼ ਰੋਜ਼ ਮਾਰ ਪਿਟਾਈ ਕਰਨ ਲੱਗਾ। ਜਦੋਂ ਜੀਤੀ ਦੇ ਮਾਪੇ ਆਉਂਦੇ ਤਾਂ ਉਹ ਆਪਣੇ ਜ਼ਖਮ ਲੁਕੋ ਲੈਂਦੀ ਅਤੇ ਹਰ ਵਾਰ ਕੁਝ ਨਾ ਕੁਝ ਝੂਠ ਬੋਲ ਦਰਦ ਦੁੱਖ ਲੁਕਾਉਂਦੀ। ਹੁਣ ਜੀਤੀ ਦੇ ਸਭ ਸ਼ੌਂਕ ਹੀ ਮਰ ਗਏ। ਹੁਣ ਨਾ ਉਹ ਪਹਿਲਾਂ ਵਾਂਗ ਸੱਜ ਸਵਰਦੀ, ਨਾ ਕੱਪੜੇ ਪਾਉਂਦੀ, ਕਿੰਨੇ ਕਿੰਨੇ ਦਿਨ ਇੱਕ ਸੂਟ ਵਿੱਚ ਕੱਟਦੀ। ਹੁਣ ਉਸਦਾ ਖਾਣਾ ਪੀਣਾ ਵੀ ਘਟ ਗਿਆ, ਉਹ ਸਿਹਤ ਪੱਖੋਂ ਵੀ ਕਮਜ਼ੋਰ ਹੋ ਗਈ। ਹੁਣ ਉਹ ਸਾਰਾ ਦਿਨ ਕੰਮ ਵਿੱਚ ਜਾਂ ਸੋਚਾਂ ਵਿੱਚ ਕੱਢਦੀ, ਦੁੱਖ ਵਿੱਚ ਇੰਨਾ ਖੁੱਭੀ ਕਿ ਜੱਸੇ ਤੱਕ ਨੂੰ ਭੁੱਲ ਗਈ। ਰੰਗ ਰੂਪ ਉਸਦਾ ਹੁਣ ਕਾਲਾ ਪੈ ਚੱਲਿਆ। 7 ਮਹੀਨੇ ਬੀਤ ਗਏ ਅਤੇ ਹੁਣ ਉਹ ਮਾਂ ਵੀ ਬਣਨ ਵਾਲੀ। ਉਸਦੇ ਬਾਪੂ ਜੀ ਆਏ ਤਾਂ ਦੇਖਿਆ ਕਿ ਉਸਦੀ ਹਾਲਤ ਤੇ ਉਸ ਨਾਲ ਲੈ ਗਏ। ਘਰ ਗਈ, ਸਭ ਨੇ ਉਸਦੀ ਹਾਲਤ ਦੇ ਚਿਹਰੇ ਵੱਲ ਦੇਖਿਆ, ਇਹ ਹੀ ਕਿਹਾ ਕਿ ਉਹ ਸਹੁਰੇ ਘਰ ਖੁਸ਼ ਤਾਂ ਹੈ, ਤਾਂ ਉਸਨੇ ਕਿਸੇ ਸਾਹਮਣੇ ਵੀ ਆਪਣਾ ਦੁੱਖ ਜ਼ਾਹਰ ਨਾ ਕਰ, ਚਿਹਰੇ 'ਤੇ ਝੂਠਾ ਹਾਸਾ ਦਿਖਾ ਕਹਿੰਦੀ ਕਿ ਉਹ ਪੂਰੀ ਖੁਸ਼ ਹੈ। ਇਹ ਤਾਂ ਬਸ ਸਹੁਰੇ ਉਸਨੂੰ ਪਾਣੀ ਮੈਚ ਘੱਟ ਆਇਆ। ਸਭ ਨੇ ਹੱਸ ਸਾਰ ਦਿੱਤਾ। ਉਸਦੇ ਬਾਪੂ ਨੂੰ ਟੈਨਸ਼ਨ ਸੀ ਕਿ ਕੋਈ ਤਾਂ ਗੱਲ ਜ਼ਰੂਰ ਹੋਵੇਗੀ। ਉਸਦੇ ਬਾਪੂ ਜੀ ਨੇ ਉਸਨੂੰ ਬਿਠਾ ਪੁੱਛਿਆ ਤਾਂ ਉਸਨੇ ਇਹੀ ਕਿਹਾ ਕਿ ਉਹ ਖੁਸ਼ ਹੈ। ਆਖੇ ਤੁਹਾਡੇ ਲੱਭੇ ਤੇ ਤੁਹਾਡੀ ਪਸੰਦ ਕਦੇ ਗਲਤ ਕਿਵੇਂ ਹੋ ਸਕਦੀ ਹੈ। ਇਹ ਆਖੋ ਉਹਨਾਂ ਕੋਲ ਉੱਠ ਆਈ ਅਤੇ ਦਿਨ ਬੀਤ ਗਏ ਅਤੇ ਉਸ ਕੋਲ ਕੁੜੀ ਹੋ ਗਈ। ਉਸਨੂੰ ਲੱਗਿਆ ਹੁਣ ਤਾਂ ਇਸ ਬੱਚੀ ਦੇ ਆਉਣ ਨਾਲ ਜਿੰਦਰ ਸੁਧਰ ਜਾਏਗਾ, ਲੇਕਿਨ ਹੋਣਾ ਉਹੀ ਸੀ। ਹੋਣੀ ਵਿੱਚ ਲਿਖਿਆ ਸੀ ਉਸਦੇ ਸਹੁਰੇ ਆ ਕੇ ਉਸਨੂੰ ਲੈ ਗਏ। ਕੋਈ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਨੂੰ ਪੁੱਤ ਚਾਹੀਦਾ ਸੀ। ਸੱਸ ਨਾ ਤਾਂ ਬੱਚੀ ਜਿਸ ਦਾ ਨਾਂ ਨੂਰ ਰੱਖਿਆ ਉਸਨੂੰ ਨੇ ਚੁੱਕਿਆ, ਕਦੇ ਨਾ ਹੀ ਰੋਂਦੀ ਨੂੰ ਚੁੱਪ ਕਰਾਇਆ। ਜਿੰਦਰ ਵੀ ਅੱਗੇ ਤੋਂ ਵੱਧ ਸ਼ਰਾਬ ਤੇ ਕੁੱਟਮਾਰ ਕਰਨ ਲੱਗਾ। 2 ਸਾਲ ਲੰਘ ਗਏ। ਨੂਰ ਵੀ ਕੁਝ ਵੱਡੀ ਹੋ ਗਈ, ਪਰ ਪਿਆਰ ਤੋਂ ਪਿਓ ਦਾਦੀ ਦੇ ਵਾਂਝੀ ਰਹੀ। ਸੱਸ ਨੇ ਜੀਤੀ ਨੂੰ ਕਿਹਾ ਕਿ ਉਹ ਸ਼ਰਾਬ ਤਾਂ ਪਹਿਲਾਂ ਹੀ ਪੀਂਦਾ ਸੀ, ਪਰ ਉਹਨਾਂ ਨੂੰ ਸੀ ਕਿ ਵਿਆਹ ਬਾਅਦ ਉਹ ਘਟ ਜਾਏਗਾ, ਪਰ ਉਸ ਦੇ ਆਉਣ ਨਾਲ ਉਸਨੇ ਉਸਨੂੰ ਵਧਾ ਦਿੱਤਾ। ਹੁਣ ਉਹ ਉਸ ਕੋਲ ਖੜ ਕੇ ਕਟਵਾਉਂਦੀ। ਨੂਰ ਸਭ ਦੇਖ ਡਰ ਜਾਂਦੀ। 3 ਸਾਲ ਬਾਅਦ ਉਸਦੀ ਕੁੱਖ ਫੇਰ ਤੋਂ ਭਾਰ ਆਈ। ਇਸ ਵਾਰ ਸੱਸ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉਹਨਾਂ ਨੂੰ ਮੁੰਡਾ ਚਾਹੀਦਾ ਹੈ। ਉਸਦੀ ਸੱਸ ਨੇ ਫੇਰ ਧਾਗੇ ਤਵੀਤ ਦਵਾਈਆਂ ਖਵਾਈਆਂ ਉਸਨੂੰ। ਫੇਰ 7ਵੇਂ ਮਹੀਨੇ ਸੱਸ ਨੇ ਉਸਨੂੰ ਸ਼ਹਿਰੋਂ
ਸ਼ਹਿਰੋਂ ਟੈਸਟ ਕਰਾ ਪਤਾ ਕਰਨ ਲਈ ਕਿਹਾ ਤੇ ਜਿੰਦਰ ਉਸ ਨੂੰ ਲੈ ਸ਼ਹਿਰ ਆ ਗਿਆ। ਉਹ ਪੂਰੇ ਰਸਤੇ ਅਰਦਾਸ ਕਰਦੀ ਗਈ ਕਿ ਮੁੰਡਾ ਹੀ ਹੋਵੇ ਤਾਂ ਕਿ ਉਸਦੀ ਕੁੱਖ ਜਾਨ ਬਚ ਸਕੇ। ਪਰ ਜਦੋਂ ਉਹ ਹਸਪਤਾਲ ਸ਼ਹਿਰ ਪਹੁੰਚੇ ਤਾਂ ਟੈਸਟ ਕਰਵਾਇਆ ਤੇ ਟੈਸਟ ਵਿੱਚ ਕੁੜੀ ਆਈ। ਇੰਨਾ ਸੋਹਣੀ ਜਿੰਦਰ ਜੀਤੀ ਨੂੰ ਘਰ ਲੈ ਆਇਆ। ਉਹ ਘਰ ਤਾਂ ਆ ਗਈ ਪਰ ਉਹ ਉਸਦਾ ਘਰ ਆਖਰੀ ਦਿਨ ਸੀ। ਘਰ ਆ ਜਦੋਂ ਜਿੰਦਰ ਨੇ ਮਾਂ ਕੁੜੀ ਦੀ ਗੱਲ ਦੱਸੀ ਤਾਂ ਉਸ ਨੂੰ ਅਬੋਰਸ਼ਨ ਕਰਾਉਣ ਲਈ ਕਿਹਾ ਪਰ ਉਸਨੇ ਮਨਾ ਕਰ ਦਿੱਤਾ ਕਿ ਉਹ ਇੱਕ ਪਾਪ ਨਹੀਂ ਕਰੇਗੀ। ਫਿਰ ਇੰਨਾ ਕਹਿਣ ਤੇ ਹੀ ਜਿੰਦਰ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੀ ਹਾਲਤ ਇੰਨੀ ਖਰਾਬ ਹੋਈ ਕਿ ਉਸ ਤੋਂ ਖੜਾ ਵੀ ਨਾ ਹੋਇਆ ਗਿਆ ਪਰ ਉਹ ਅੜੀ ਰਹੀ। ਉਹ ਆਪਣੀ ਬੱਚੀ ਨੂੰ ਨਹੀਂ ਮਾਰੇਗੀ। ਨੂਰ ਰੋਂਦੀ ਰਹੀ, ਆਪਣੀ ਮਾਂ ਨੂੰ ਛਡਾਉਂਦੀ ਰਹੀ ਪਰ ਜਿੰਦਰ ਨੇ ਉਸਦੀ ਵੀ ਮਾਰੀ ਨਿੱਕੀਆਂ ਜੀ ਜਿੰਦ। ਉਹ ਫਿਰ ਵੀ ਮਾਂ ਨੂੰ ਲਿਪਟੀ ਰਹੀ। ਉਸਨੇ ਸਬਰ ਦਾ ਘੁੱਟ ਵੀ ਪੀ ਲਿਆ ਕਿ ਕੁਝ ਵੀ ਹੋਵੇ ਪਰ ਨਾ ਤਾਂ ਉਹ ਆਪਣੇ ਬਾਪੂ ਜੀ ਦੇ ਘਰ ਜਾਏਗੀ ਨਾ ਆਪਣੀ ਬੱਚੀ ਨੂੰ ਮਾਰੇਗੀ। ਪੂਰੀ ਰਾਤ ਜੀਤੀ ਨੇ ਨੂਰ ਨੂੰ ਨਾ ਕਿਸੇ ਨੇ ਰੋਟੀ ਦਿੱਤੀ ਤੇ ਠੰਡ ਦੀ ਰਾਤ ਵਿੱਚ ਹੀ ਦੋਵਾਂ ਨੂੰ ਬਾਹਰ ਹੀ ਪੈਣਾ ਪਿਆ। ਰਾਤ ਉਹਨਾਂ ਦੀ ਐਵੇਂ ਰੋਂਦਿਆਂ ਲੰਘ ਗਈ। ਫਿਰ ਦੂਜੀ ਸਵੇਰੇ ਉਹੀ ਹਾਲ, ਜੀਤੀ ਨੂੰ ਵਾਸ਼ਨ ਕਰਾਉਣ ਲਈ ਕਿਹਾ ਗਿਆ। ਫਿਰ ਉਸਤੇ ਮਨਾ ਕਰਨ ਤੇ ਜਿੰਦਰ ਨੇ ਉਸਨੂੰ ਕੁੱਟਿਆ ਤੇ ਉਸਦੇ ਢਿੱਡ ਵਿੱਚ ਲੱਤਾਂ ਮਾਰੀਆਂ। ਹੁਣ ਉਹ ਦਰਦ ਨਾਲ ਚੀਕ ਉੱਠੀ ਤਾਂ ਉਸਦੇ ਪਤੀ ਤੇ ਸੱਸ ਨੇ ਉਸਨੂੰ ਜਿੰਦਾ ਸਾੜਨ ਲਈ ਮਿੱਟੀ ਦਾ ਤੇਲ ਅੱਗ ਲਾਉਣ ਲੱਗੇ ਕਿ ਉਧਰ ਜੀਤੀ ਦਾ ਬਾਪੂ ਉਸਨੂੰ ਮਿਲਣ ਆ ਗਿਆ। ਉਸਦੇ ਬਾਪੂ ਜੀ ਨੇ ਉਸਦੀ ਹਾਲਤ ਤੇ ਉੱਥੋਂ ਦੇ ਹਾਲਤ ਦੇਖ ਸਮਝ ਲਿਆ ਕੀ ਮਾਜਰਾ ਹੈ। ਉਸਨੇ ਬਿਨਾਂ ਕੁਝ ਕਹੇ ਆਪਣੀ ਧੀ ਨੂੰ ਕਿਹਾ ਕਿ ਚੱਲ ਧੀਏ, ਅੱਜ ਤੋਂ ਬਾਅਦ ਤੈਨੂੰ ਹੁਣ ਇੱਥੇ ਰਹਿਣ ਦੀ ਕੋਈ ਲੋੜ ਨਹੀਂ। ਪਰ ਜੀਤੀ ਨੇ ਕਿਹਾ ਕਿ ਨਹੀਂ, ਉਹ ਇੱਥੇ ਠੀਕ ਖੁਸ਼ ਹੈ ਤੇ ਉਸਨੇ ਹਮੇਸ਼ਾ ਉਹਨਾਂ ਦੀ ਇੱਜ਼ਤ ਰੱਖੀ ਤੇ ਘਰ ਜਾ ਕੇ ਰੋਲਣਾ ਨਹੀਂ ਚਾਹੁੰਦੀ। ਉਸਦੇ ਬਾਪੂ ਨੇ ਕਿਹਾ ਕਿ ਨਹੀਂ ਧੀਏ, ਤੈਨੂੰ ਨਰਕ ਭੋਗਣ ਦੀ ਕੋਈ ਲੋੜ ਨਹੀਂ, ਗਲਤੀ ਤਾਂ ਸਭ ਉਹਨਾਂ ਦੀ ਹੀ ਹੈ। ਉਹ ਉਸਦੀ ਲਿਖੀ ਤਕਦੀਰ ਸਮਝ ਨਾ ਸਕੇ। ਉਸਦੇ ਬਾਪੂ ਜੀ ਨੇ ਕਿਹਾ ਕਿ ਉਹਨੇ ਹੱਥੀਂ ਉਸਨੂੰ ਆਪਣੇ ਤੋਰਿਆ ਸੀ ਤੇ ਉਹੀ ਹੁਣ ਖੁਦ ਕਹਿ ਰਹੇ ਨੇ ਹਨ ਕਿ ਚੱਲ ਇੱਥੋਂ ਬਸ। ਉਹ ਉਸਨੂੰ ਆਪਣੇ ਨਾਲ ਲੈ ਹਸਪਤਾਲ ਆ ਗਏ ਪਰ ਉਸਦੀ ਬੱਚੀ ਅੱਜ ਦੀ ਕੁੱਟ ਤੇ ਭੁੱਖ ਦੀ ਵਜ੍ਹਾ ਨਾਲ ਕੁੱਖ ਵਿੱਚ ਹੀ ਮਰ ਗਈ। ਜੀਤੀ 2-3 ਦਿਨ ਸਦਮੇ ਵਿੱਚ ਰਹੀ, ਫਿਰ ਘਰ ਆ ਗਈ। 2 ਦਿਨ ਆਪਣੀ ਕਿਸਮਤ ਨੂੰ ਰੋਂਦੀ ਰਹੀ। ਫਿਰ ਉਸਦੇ ਬਾਪੂ ਜੀ ਨੇ ਜਿੰਦਰ ਤੇ ਕੇਸ ਕਰ ਦਿੱਤਾ ਤਾਂ ਉਹ ਉਸ ਤੋਂ ਆਪਣੀ ਧੀ ਦਾ ਪਿੱਛਾ ਛੁਡਾ ਸਕਣ ਤੇ ਉਸਦੇ ਬਾਪੂ ਨੂਰ ਨੂੰ ਵੀ ਆਪਣੇ ਨਾਲ ਲੈ ਆਏ। ਉਸਨੇ ਆਪਣੇ ਬਾਪੂ ਤੋਂ ਪੁੱਛਿਆ ਕਿ ਕੀ ਦੋਸ਼ ਸੀ ਉਸਦਾ ਜੋ ਉਸਨੂੰ ਇਹ ਸਜ਼ਾ ਮਿਲੀ। ਉਸਦੇ ਸੁਪਨੇ ਤੇ ਵਿਆਹ ਦੀ ਇਹ ਦੁਨੀਆ ਇੰਨੀ ਭੈੜੀ ਹੋਵੇਗੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ। ਜੀਤੀ ਨੇ ਬਾਪੂ ਤੋਂ ਪੁੱਛਿਆ ਕਿ ਉਸਨੇ ਆਪਣੀ ਧੀ ਨੂੰ ਆਪਣੇ ਹੱਥੀਂ ਉਸ ਨਰਕ ਵਿੱਚ ਭੇਜਿਆ ਕਿ ਦੋਸ਼ ਕਿਸ ਗੁਨਾਹ ਦੀ ਸਜ਼ਾ ਉਸਨੂੰ ਦਿੱਤੀ ਤਾਂ ਉਸਦੇ ਬਾਪੂ ਨੇ ਕਿਹਾ ਕਿ ਉਹਨਾਂ ਨੇ ਤਾਂ ਉਸਨੂੰ ਵਧੀਆ ਘਰ ਹੀ ਦੇਖਿਆ ਸੀ ਜਿੱਥੇ ਉਹ ਖੁਸ਼ ਰਹਿ ਸਕੇ। ਉਹਨਾਂ ਨੂੰ ਕੀ ਪਤਾ ਸੀ ਕਿ ਉਹ ਉਸਦੀਆਂ ਖੁਸ਼ੀਆਂ ਹੀ ਰੋਲ ਦੇਵੇਗਾ। ਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ ਜਦ ਉਸਦੀ ਜਨਮ ਪੱਤਰੀ ਪੰਡਤ ਨੂੰ ਦਿਖਾਈ ਸੀ ਤਾਂ ਉਹਨਾਂ ਨੇ ਦੱਸਿਆ ਸੀ ਉਸਦਾ ਪ੍ਰੇਮ ਵਿਆਹ ਤੇ ਉਸਦੀ ਜ਼ਿੰਦਗੀ ਵਿੱਚ ਇਹ ਦੁੱਖ ਲਿਖੇ। ਉਸਨੂੰ ਫਿਰ ਜੱਸੇ ਦੀ ਯਾਦ ਆਈ ਜਿਸ ਨੂੰ ਦੁੱਖਾਂ ਵਿੱਚ ਭੁੱਲ ਹੀ ਗਈ ਸੀ। ਬਾਪੂ ਜੀ ਨੇ ਦੱਸਿਆ ਕਿ ਉਹਨਾਂ ਨੂੰ ਉਸਦੇ ਪ੍ਰੇਮ ਵਿਆਹ ਤੇ ਕੋਈ ਸ਼ਿਕਵਾ ਨਹੀਂ ਸੀ, ਬਸ ਸੀ ਤਾਂ ਇਹ ਕਿ ਉਸਦੀ ਜ਼ਿੰਦਗੀ ਵਿੱਚ ਦੁੱਖ ਲਿਖੇ ਸਨ। ਤੇ ਉਹਨਾਂ ਜਦੋਂ ਜੱਸੇ ਬਾਰੇ ਪਤਾ ਲੱਗਿਆ ਤਾਂ ਉਹ ਡਰ ਗਏ ਸਨ ਕਿ ਉਸਦੀ ਜ਼ਿੰਦਗੀ ਕਿਤੇ ਉਸ ਘਰ ਦੀ ਗਰੀਬੀ ਵਿੱਚ ਰੁਲ ਹੀ ਨਾ ਜਾਵੇ ਤੇ ਕਿਤੇ ਇਹੀ ਗਰੀਬੀ ਦੇ ਦੁੱਖ ਦੇ ਬਾਅਦ ਵਿੱਚ ਉਹ ਉਸਨੂੰ ਤੰਗ ਕਰਨ, ਇਹ ਦੁੱਖ ਤਾਂ ਲਿਖੇ ਹੋਣ। ਇਸੇ ਲਈ ਉਹਨਾਂ ਨੇ ਵਧੀਆ ਅਮੀਰ ਘਰ ਲੱਭ ਉਸਦਾ ਰਿਸ਼ਤਾ ਕੀਤਾ ਜੋ ਕਿ ਉਹਨਾਂ ਦੇ ਘਰ ਦੇ ਬਰਾਬਰ ਦਾ ਹੀ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਦੁੱਖ ਉਸਦੇ ਪ੍ਰੇਮ ਵਿਆਹ ਦੇ ਨਹੀਂ ਬਲਕਿ ਉਹਨਾਂ ਦੇ ਹੱਥੀਂ ਕੀਤੇ ਵਿਆਹ ਵਿੱਚ ਲਿਖੇ ਹਨ। ਉਸਦੇ ਬਾਪੂ ਜੀ ਨੇ ਕਿਹਾ ਕਿ ਧੀਏ, ਉਹ ਉਹਨਾਂ ਨੂੰ ਮਾਫ਼ ਕਰ ਦੇਵੇ। ਉਹਨਾਂ ਉਸਦਾ ਭਲਾ ਹੀ ਸੋਚਿਆ ਸੀ ਪਰ ਉਹਨਾਂ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ। ਸ਼ਾਇਦ ਉਹ ਉਸਦੇ ਕਹੇ ਉਸਦਾ ਜੱਸੇ ਨਾਲ ਪ੍ਰੇਮ ਵਿਆਹ ਕਰ ਦਿੰਦੇ ਤਾਂ ਜਿਸ ਨੂੰ ਇਹ ਦੁੱਖ ਨਾ ਦੇਖਣੇ ਪੈਂਦੇ। ਹੁਣ ਜੀਤੀ ਨੇ ਕਿਹਾ ਕਿ ਇਸ ਦਾ ਕੋਈ ਫਾਇਦਾ ਨਹੀਂ, ਬਹੁਤ ਦੇਰ ਹੋ ਚੁੱਕੀ ਹੈ। ਬਾਕੀ ਜ਼ਿੰਦਗੀ ਹੁਣ ਉਹ ਇਕੱਲੀ ਹੀ ਕੱਟੇਗੀ ਤੇ ਆਪਣੀ ਕੁੱਖ ਵਿੱਚ ਮਰੀ ਧੀ ਲਈ ਇਨਸਾਫ ਲਏਗੀ।
ਜੱਸਾ ਜੋ ਕਿ ਪੜ੍ਹਾਈ ਬਾਅਦ ਹੁਣ ਜੱਜ ਲੱਗ ਚੁੱਕਾ ਸੀ। ਅੱਜ ਉਹ ਘਰ ਤੋਂ ਚੰਗਾ ਹੋ ਚੁੱਕਾ ਸੀ। ਹੁਣ ਜੀਤੀ ਨੇ ਕੇਸ ਕਰ ਜਿੰਦਰ ਤੇ ਉਸਦੀ ਮਾਂ ਖਿਲਾਫ। ਤਰੀਕ ਪਈ, ਅਖੀਰ ਤਰੀਕ ਸੀ। ਜੀਤੀ ਆਪਣੀ ਧੀ ਨੂੰ ਲੈ ਕੇ ਮਾਪਿਆਂ ਨਾਲ ਕੋਰਟ ਪਹੁੰਚੀ। ਉਸਦੀ ਵਾਰੀ ਆਈ ਤਾਂ ਉਧਰ ਜਿੰਦਰ ਨੂੰ ਤੇ ਉਸਦੀ ਮਾਂ ਨੂੰ ਬੁਲਾਇਆ ਗਿਆ ਤੇ ਫੈਸਲਾ ਵੀ ਜੱਸੇ ਦੇ ਹਿੱਸੇ ਹੀ ਆਇਆ। ਉਸ ਦਿਨ ਜੀਤੀ ਦੇ ਕੇਸ ਦਾ ਜੱਜ ਜੱਸਾ ਹੀ ਸੀ। ਜੀਤੀ ਜੱਸੇ ਨੂੰ ਦੇਖ ਖੁਸ਼ ਹੋਈ, ਪਰ ਉਸਦਾ ਹੁਣ ਪਿਆਰ, ਖੁਸ਼ੀ, ਜਜ਼ਬਾਤ ਸਭ ਵਕਤ ਨਾਲ ਮਰ ਚੁੱਕੇ ਸਨ। ਕੋਰਟ ਵਿੱਚ ਫੈਸਲਾ ਉਸਦੇ ਹੱਕ ਵਿੱਚ ਹੋਇਆ ਤੇ ਜਿੰਦਰ ਤੇ ਉਸਦੀ ਮਾਂ ਨੂੰ ਸਜ਼ਾ ਹੋਈ। ਜੱਸਾ ਵੀ ਉਸਦਾ ਹਾਲ ਦੇਖ ਦੰਗ ਰਹਿ ਗਿਆ। ਜੀਤੀ ਜੋ ਕਿ ਇੰਨੀ ਸੋਹਣੀ ਤੇ ਪੜ੍ਹੀ ਲਿਖੀ ਸੀ, ਅੱਜ ਉਸਦੀ ਇਹ ਹਾਲਤ ਦੇਖ ਕੋ ਪਛਾਣ ਵੀ ਨਹੀਂ ਸੀ ਆ ਰਹੀ। ਕੇਸ ਬਾਅਦ ਜੀਤੀ ਦੇ ਬਾਪੂ ਨੇ ਉਸ ਨਾਲ ਸਭ ਕਾਗਜ਼ਾਈ ਕਾਰਵਾਈ, ਤਲਾਕ ਕਾਗਜ਼ ਸਭ ਸਾਈਨ ਕੀਤੇ। ਇੰਨੇ ਨੂੰ ਜੱਸਾ ਵੀ ਆ ਗਿਆ। ਜੀਤੀ ਇੱਕ ਕਮਰੇ ਵਿੱਚ ਇਕੱਲੀ ਬੈਠੀ ਆਪਣੀ ਜ਼ਿੰਦਗੀ ਕਿਸਮਤ ਰੋ ਰਹੀ ਸੀ। ਜੱਸੇ ਨੇ ਉਸਨੂੰ ਕਿਹਾ ਉਸਦੀ ਜ਼ਿੰਦਗੀ ਵਿੱਚ ਇੰਨਾ ਕੁਝ ਹੋ ਗਿਆ ਤੇ ਉਸਨੇ ਇੱਕ ਵਾਰ ਵੀ ਮੈਨੂੰ ਦੱਸਣ ਤੇ ਮੁੜ ਪਿੱਛੇ ਤੱਕ ਦੇਖਣਾ ਜ਼ਰੂਰੀ ਨਾ ਸਮਝਿਆ। ਤਾਂ ਜੀਤੀ ਨੇ ਕਿਹਾ ਕਿ ਉਹ ਆਪਣੇ ਬਾਪੂ ਦੇ ਨਾਲ ਕੀਤੇ ਸਮਝੌਤੇ ਤੇ ਖੜੀ ਸੀ। ਉਹ ਆਪਣੇ ਬਾਪੂ ਦਾ ਕਿਹਾ ਨਹੀਂ ਮੋੜ ਸਕਦੀ ਤੇ ਉਸਨੇ ਉਹਨਾਂ ਦੀ ਦਿੱਤੀ ਜ਼ਿੰਦਗੀ ਹੁਣ ਤੱਕ ਜੀਏ ਤੇ ਜਿੰਦਰ ਨੂੰ ਵੀ ਉਹਨਾਂ ਵੱਲੋਂ ਦਿੱਤੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ। ਉਹ ਜਾਣਦੀ ਸੀ ਕਿ ਤੂੰ ਉਸ ਨਾਲ ਕੀਤਾ ਵਾਅਦਾ ਨਿਭਾਏਗਾ ਤੇ ਆਪਣੀ ਜ਼ਿੰਦਗੀ ਵਿੱਚ ਵੱਡਾ ਆਦਮੀ ਬਣੇਗਾ। ਉਹ ਅੱਜ ਉਸ ਲਈ ਖੁਸ਼ ਸੀ ਕਿ ਜੋ ਉਸਨੇ ਕਿਹਾ ਉਸਨੇ ਕਰ ਦਿਖਾਇਆ। ਪਰ ਹੁਣ ਉਹ ਆਪਣੀ ਧੀ ਲਈ ਜੀਵੇਗੀ ਤੇ ਖੁਸ਼ ਹੈ ਬਸ। ਜੱਸੇ ਨੇ ਕਿਹਾ ਕੀ ਕਿਹਾ ਤਾਂ ਉਸਨੇ ਕੁਝ ਹੋਰ ਵੀ। ਤਾਂ ਜੀਤੀ ਨੇ ਪੁੱਛਿਆ ਕਿ ਜਦ ਜੱਸੇ ਨੇ ਕਿਹਾ ਕਿ ਉਸਨੂੰ ਯਾਦ ਨਹੀਂ ਤਾਂ ਜੀਤੀ ਨੇ ਕਿਹਾ ਕਿ ਦੁੱਖ ਵਿੱਚ ਤਾਂ ਉਹ ਖੁਦ ਤੱਕ ਨੂੰ ਭੁੱਲ ਗਈ ਹੈ। ਤਾਂ ਜੱਸੇ ਨੇ ਕਿਹਾ ਕਿ ਉਸਨੇ ਕਿਹਾ ਸੀ ਕਿ ਉਹ ਜ਼ਿੰਦਗੀ ਦੇ ਹਰ ਮੋੜ ਤੇ ਉਸਦਾ ਇੰਤਜ਼ਾਰ ਕਰੇਗਾ। ਯਾਦ ਹੈ ਨਾ ਉਸਨੂੰ ਤੇ ਉਹ ਅੱਜ ਵੀ ਉਸੇ ਇੰਤਜ਼ਾਰ ਵਿੱਚ ਹੈ। ਉਹ ਅੱਜ ਵੀ ਉਸਨੂੰ ਚਾਹੁੰਦਾ ਹੈ, ਉਸਨੂੰ ਅਪਣਾਉਣ ਲਈ ਤਿਆਰ ਹੈ। ਜੀਤੀ ਨੇ ਕਿਹਾ ਕਿ ਨਹੀਂ ਹੁਣ ਉਹ ਉਸ ਨਾਲ ਨਹੀਂ ਰਹਿ ਸਕਦੀ। ਉਸਦੇ ਨਾਲ ਨੂਰ ਵੀ ਹੈ ਤੇ ਉਹ ਹੁਣ ਉਸਦੀ ਜ਼ਿੰਦਗੀ ਉਹ ਆਪਣੇ ਬਾਪੂ ਜੀ ਦਾ ਉਹ ਕਿਹਾ ਅੱਜ ਵੀ ਨਹੀਂ ਮੋੜ ਸਕਦੀ। ਚੰਗਾ ਹੋਵੇਗਾ ਉਹ ਉਹਨੂੰ ਭੁੱਲ ਆਪਣਾ ਘਰ ਵਸਾਵੇ ਤੇ ਉਹ ਆਪਣੇ ਬਾਪੂ ਦੇ ਵਚਨ ਤੇ ਅੱਜ ਵੀ ਬੰਨੀ ਹੋਈ ਹੈ। ਜੱਸੇ ਨੇ ਕਿਹਾ ਕਿ ਕੋਈ ਗੱਲ ਉਹ ਫਿਰ ਵੀ ਉਸ ਦਾ ਇੰਤਜ਼ਾਰ ਕਰੇਗਾ। ਬਾਹਰ ਜੀਤੀ ਦਾ ਬਾਪੂ ਖੜਾ ਸਭ ਸੁਣ ਰਿਹਾ ਸੀ ਤੇ ਰੋ ਰਿਹਾ ਸੀ ਤੇ ਆਪਣੇ ਆਪ ਨੂੰ ਕੋਸ ਰਿਹਾ ਸੀ। ਰੱਬ ਨੇ ਇੰਨੀ ਪਿਆਰੀ ਤੇ ਉਹਨਾਂ ਦੀ ਇੱਜ਼ਤ ਕਰਨ ਵਾਲੀ ਉਹਨਾਂ ਨੂੰ ਧੀ ਦਿੱਤੀ, ਪਰ ਉਹ ਉਸਦੀ ਇਹ ਜੱਸੇ ਨਾਲ ਰਹਿਣ ਦੀ ਇੱਛਾ ਨਹੀਂ ਪੂਰੀ ਕਰ ਪਾਏ, ਸਗੋਂ ਉਸਨੂੰ ਜਿੰਦਰ ਨਾਲ ਨਰਕ ਵਿੱਚ ਸੁੱਟ ਦਿੱਤਾ। ਜੀਤੀ ਕਮਰੇ ਵਿੱਚੋਂ ਉੱਠ ਬਾਹਰ ਆ ਗਈ ਤੇ ਉਸਦੇ ਬਾਪੂ ਜੀ ਉਸਨੂੰ ਬਾਹਰ ਆਉਂਦੀ ਦੇਖ ਗੇਟ ਤੇ ਉਰਲੇ ਹੋ ਗਏ। ਫਿਰ ਬਿਨਾਂ ਇਹ ਦਿਖਾਏ ਕਿ ਉਹਨਾਂ ਜੱਸੇ ਤੇ ਉਸਦੀ ਗੱਲ ਸੁਣੀ ਘਰ ਆ ਗਏ। ਉਹ ਜੀਤੀ ਦੇ ਫੈਸਲੇ ਤੇ ਖੜੇ ਸਨ। ਹੁਣ ਕੁਝ ਦਿਨ ਲੰਘੇ। ਜੀਤੀ ਉਸੇ ਤਰ੍ਹਾਂ ਚੁੱਪਚਾਪ ਰਹਿੰਦੀ ਸੀ ਤੇ ਗੁੰਮ-ਸੁੰਮ ਜਿਹੇ ਦਿਨ ਲੰਘ ਰਹੇ ਸਨ। ਜੀਤੀ ਦੇ ਬਾਪੂ ਜੀ ਜੋ ਜੀਤੀ ਦੀ ਉਦਾਸੀ ਦੇਖੀ ਨਾ ਗਈ। ਖਿੜਖਿੜ ਹੱਸਦੀ ਜੀਤੀ ਦੀ ਚੁੱਪੀ ਅੱਜ ਉਹਨਾਂ ਦਾ ਸੀਨਾ ਚੀਰ ਰਹੀ ਸੀ। ਅੱਜ ਉਸਦੇ ਬੇਬੇ ਤੇ ਬਾਪੂ ਨੇ ਉਸਦਾ ਦੂਜਾ ਵਿਆਹ ਕਰਨ ਦੀ ਸੋਚੀ। ਉਹਨਾਂ ਨੇ ਜੀਤੀ ਨਾਲ ਗੱਲ ਕੀਤੀ ਤਾਂ ਜੀਤੀ ਨੇ ਸਾਫ਼ ਜਵਾਬ ਦਿੱਤਾ ਕਿ ਉਹ ਇਕੱਲੀ ਜ਼ਿੰਦਗੀ ਜੀਏਗੀ। ਉਸਦੇ ਵਿਆਹ ਦੇ ਸੁਪਨੇ ਤੇ ਚਾਅ ਸਭ ਮਰ ਚੁੱਕੇ ਨੇ। ਫਿਰ ਜੀਤੀ ਦੇ ਬਾਪੂ ਨੇ ਕਿਹਾ ਕਿ ਨਹੀਂ ਉਹ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਹਨ ਤੇ ਉਸਦਾ ਜੱਸੇ ਨਾਲ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਮਰਨ ਤੋਂ ਬਾਅਦ ਉਹ ਸ਼ਾਂਤੀ ਨਾਲ ਮਰ ਸਕਣ ਤੇ ਉਹਨਾਂ ਦੇ ਦਿਲ ਵਿੱਚ ਇਹ ਨਾ ਰਹੇ ਕਿ ਉਹਨਾਂ ਉਸਦੀ ਧੀ ਦੀਆਂ ਖੁਸ਼ੀਆਂ ਖਾ ਲਈਆਂ। ਬਾਪੂ ਜੀ ਨੇ ਕਿਹਾ ਕਿ ਉਹਨਾਂ ਜੀਤੀ ਤੇ ਜੱਸੇ ਦੀ ਗੱਲ ਸੁਣ ਲਈ ਸੀ ਕਿ ਉਹ ਅੱਜ ਵੀ ਉਸਨੂੰ ਅਪਣਾਉਣ ਲਈ ਤਿਆਰ ਹੈ ਤੇ ਉਹਨਾਂ ਤੋਂ ਇਹ ਕਿਵੇਂ ਭੁੱਲ ਹੋ ਗਈ ਕਿ ਉਹਨਾਂ ਦੀ ਧੀ ਦੇ ਫੈਸਲੇ ਤੇ ਉਹਨਾਂ ਨੂੰ ਸ਼ੱਕ ਹੋਇਆ। ਉਹਨਾਂ ਦੀ ਧੀ ਨੇ ਹਮੇਸ਼ਾ ਸਹੀ ਫੈਸਲਾ ਤੇ ਚੋਣ ਹੀ ਕੀਤੀ ਸੀ। ਜੱਸਾ ਵੀ ਉਸ ਵੱਲੋਂ ਚੁਣਿਆ ਸਹੀ ਹੀ ਸੀ। ਗਲਤ ਤਾਂ ਉਹ ਸਨ ਜੋ ਅਮੀਰ ਗਰੀਬ ਦੇ ਅੰਤਰ ਵਿੱਚ ਅੰਨੇ ਹੋਏ ਪੈਸਿਆਂ ਨਾਲ ਖੁਸ਼ੀਆਂ ਤੋਲਣ ਲੱਗੇ। ਪਰ ਹੁਣ ਉਹ ਜੱਸ ਨਾਲ ਉਸ ਦਾ ਵਿਆਹ ਕਰਵਾਉਣਾ ਚਾਹੁੰਦੇ ਹਨ। ਤਾਂ ਜੀਤੀ ਨੇ ਕਿਹਾ ਕਿ ਨਹੀਂ ਹੁਣ ਨਹੀਂ। ਤਾਂ ਉਸਦੇ ਬਾਪੂ ਜੀ ਨੇ ਫਿਰ ਆਪਣੀ ਪੱਗ ਲਾ ਕਿਹਾ ਕਿ ਧੀਏ ਅੱਜ ਮੈਂ ਤੇਰੇ ਤੇ ਥੋਪੇ ਫੈਸਲੇ ਲਈ ਮਾफ़ੀ ਤੇ ਆਪਣੀ ਜ਼ਿੰਦਗੀ ਦੀ ਆਖਰੀ ਇੱਛਾ ਭੀਖ ਮੰਗ ਰਿਹਾ ਹਾਂ ਕਿ ਜੱਸੇ ਨਾਲ ਵਿਆਹ ਕਰਾ ਲਏ।
ਜੀਤੀ ਆਪਣੇ ਬਾਪੂ ਜੀ ਦੇ ਅੱਗੇ ਫੇਰ ਹਾਰ ਗਈ ਤੇ ਵਿਆਹ ਲਈ ਮੰਨ ਗਈ। ਜੀਤੀ ਦੇ ਬਾਪੂ ਜੱਸੇ ਦੇ ਘਰ ਆਪ ਰਿਸ਼ਤਾ ਲੈ ਕੇ ਗਏ ਤੇ ਜੱਸੇ ਦੇ ਘਰ ਵਾਲੇ ਵੀ ਮੰਨ ਗਏ ਤੇ ਨੂਰ ਅਪਣਾਉਣ ਲਈ ਵੀ ਰਾਜੀ ਹੋ ਗਏ। ਮਹੀਨਾ ਭਰ ਵਿੱਚ ਹੀ ਵਿਆਹ ਰੱਖਿਆ ਗਿਆ। ਪੂਰੇ ਚਾਅ ਨਾਲ ਤੇ ਰੱਜ ਗੱਜ ਕੇ ਵਿਆਹ ਕੀਤਾ ਗਿਆ। ਅੱਜ ਜੱਸਾ ਉਸ ਤਰ੍ਹਾਂ ਘੋੜੀ ਚੜ੍ਹ ਜੀਤੀ ਨੂੰ ਲੈਣ ਆਇਆ ਜੋ ਜੀਤੀ ਦੇ ਬਚਪਨ ਵਿੱਚ ਸੁਪਨਿਆਂ ਵਿੱਚ ਰਾਜਕੁਮਾਰ ਆਉਂਦਾ ਸੀ। ਵਿਆਹ ਦਾ ਮੰਡਪ ਵੀ ਉਸਦੇ ਸੁਪਨਿਆਂ ਦੀ ਤਰ੍ਹਾਂ ਹੀ ਸਜਾਇਆ ਗਿਆ। ਉਸ ਨੂੰ ਇੰਜ ਲੱਗਾ ਜਿਵੇਂ ਪਰੀਆਂ ਉਸ ਨੂੰ ਖੁਦ ਸਜਾਇਆ ਹੋਵੇ। ਉਸਦੇ ਬਚਪਨ ਦਾ ਸੁਪਨਾ ਵਿਆਹ ਦਾ ਪ੍ਰੇਮ ਵਿਆਹ ਹੋ ਗਿਆ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।